प्यारे विद्यार्थियों, ਆਪਾਂ कर रहे हैं फ्यूचर टेंस भविख काल। तो फ्यूचर टेंस की जो दूसरी किस्म है वो है फ्यूचर कंटीन्यूस टेंस। इत्थे एक चीज़ आपने ध्यान रखनी है, कंटीन्यूस कोई भी हो, किसी भी टेंस का कंटीन्यूस हो। दो साढ़े कोल कंटीन्यूस ने प्रैजेंट टेंस विच, प्रैजेंट कंटीन्यूस, प्रैजेंट परफेक्ट कंटीन्यूस। दो ने साढ़े कोल पास्ट टेंस विच, पास्ट कंटीन्यूस, पास्ट परफेक्ट कंटीन्यूस। दो ने साढ़े कोल फ्यूचर टेंस विच, फ्यूचर कंटीन्यूस, फ्यूचर परफेक्ट कंटीन्यूस। प्यारे विद्यार्थियों, तुसी केवल ये अपने दिमाग में याद रखना है, कंटीन्यूस का अर्थ है जारी। तो जिहड़ा जिथे कंटीन्यूस, जिस टेंस दे विच कंटीन्यूस शब्द आ गया, उत्थे V1 दे नाल ING इंग का ही प्रयोग करना है। वर्ब की पहली फॉर्म के नाल इंग ही लगाना है। ये विशेष नोट करना है, कोई मुश्किल नहीं। जिहड़ी भी किस्म कंटीन्यूस टेंस की है उत्थे V1 के नाल इंग का प्रयोग करना है। हुण आपां कर रहे हैं फ्यूचर कंटीन्यूस टेंस। इसकी पहचान की है, वाक के अंत में शब्द ਰਿਹਾ ਹੋਵਾਂਗਾ, ਰਹੀ ਹੋਵੇਗੀ, ਰਹੇ ਹੋਣਗੇ, ਰਿਹਾ ਹੋਵੇਗਾ ਆਦि ਲੱਗੇ ਹੁੰਦੇ ਹਨ। ਅਸੀਂ ਇੱਕ ਸਮੂਹ ਗੀਤ ਗਾ ਰਹੇ ਹੋਵਾਂਗੇ, ਉਹ ਜੰਗਲ ਵਿੱਚ ਛੁਪ ਰਿਹਾ ਹੋਵੇਗਾ। ਅਸੀਂ ਝੂਠ ਨਹੀਂ ਬੋਲ ਰਹੇ ਹੋਵਾਂਗੇ, ਉਹ ਮੇਰੀ ਸਲੇਟ ਚੁਰਾ ਰਿਹਾ ਹੋਵੇਗਾ। ਇਹਨਾਂ ਵਾਕਾਂ ਨੂੰ ਧਿਆਨ ਨਾਲ ਪੜ੍ਹੋ, ਅੰਤ ਵਿੱਚ ਇਹੀ ਸ਼ਬਦ ਹੀ ਲੱਗੇ ਨੇ, ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ। ਆਪਾਂ ਵਾਕ ਦੀ ਕਿਸਮ ਅਫਰਮੇਟਿਵ ਸੈਂਟੈਂਸਿਸ ਦੇ ਨਿਯਮ ਬਣਾਉਣਾ ਸਿੱਖ ਚੁੱਕੇ ਹਾਂ, ਔਰ ਨੈਗੇਟਿਵ ਸੈਂਟੈਂਸਿਸ ਦੇ ਨਿਯਮ ਵੀ ਆਪਾਂ ਸਮਝ ਚੁੱਕੇ ਹਾਂ। ਅਫਰਮੇਟਿਵ ਸੈਂਟੈਂਸਿਸ ਦੇ ਮੈਂ ਇੱਕ ਵਾਰ ਫੇਰ ਰੂਲਸ ਦੁਹਰਾ ਰਿਹਾ। ਸਬਜੈਕਟ ਪਲੱਸ ਵਿਲ ਜਾਂ ਸ਼ੈਲ ਪਲੱਸ ਬੀ ਪਲੱਸ V1 ਦੇ ਨਾਲ ਇੰਗ ਪਲੱਸ ਆਬਜੈਕਟ ਪਲੱਸ ਫੁੱਲ ਸਟਾਪ। ਨੈਗੇਟਿਵ ਸੈਂਟੈਂਸਿਸ ਦੇ ਰੂਲ ਵੀ ਦੁਹਰਾ ਦਿਆਂ। ਸਬਜੈਕਟ ਪਲੱਸ ਵਿਲ ਜਾਂ ਸ਼ੈਲ प्लस नॉट प्लस बी प्लस V1 ਦੇ ਨਾਲ ਇੰਗ प्लस ऑब्जेक्ट प्लस फुल स्टॉप। ਹੁਣ ਅਸੀਂ ਕਰਾਂਗੇ ਵਾਕ ਦੀਆਂ ਅਗਲੀਆਂ ਕਿਸਮਾਂ। ਇੰਟੈਰੋਗੇਟਿਵ ਸੈਂਟੈਂਸਿਸ ਪ੍ਰਸ਼ਨਵਾਚਕ ਵਾਕ, ਇੰਟੈਰੋਗੇਟਿਵ ਪਲਸ ਨੈਗੇਟਿਵ ਸੈਂਟੈਂਸਿਸ ਪ੍ਰਸ਼ਨ ਪਲਸ ਨਾਂਵਾਚਕ ਵਾਕ, ਸੈਂਟੈਂਸਿਸ ਬਿਗਨਿੰਗ ਵਿਦ W ਨਾਲ ਸ਼ੁਰੂ ਹੋਣ ਵਾਲੇ ਪ੍ਰਸ਼ਨਵਾਚਕ ਵਾਕ। ਇੰਟੈਰੋਗੇਟਿਵ ਸੈਂਟੈਂਸਿਸ ਪ੍ਰਸ਼ਨਵਾਚਕ ਵਾਕ। ਪ੍ਰਸ਼ਨਵਾਚਕ ਵਾਕ ਆਪਾਂ ਕਿਸੇ ਵੀ ਟੈਂਸ ਦਾ ਬਣਾਉਣਾ ਹੋਵੇ, ਪ੍ਰਸ਼ਨਵਾਚਕ ਬਣਾਉਣ ਵੇਲੇ ਸਾਨੂੰ ਹੈਲਪਿੰਗ ਵਰਬ ਸਭ ਤੋਂ ਪਹਿਲੇ ਲਗਾਉਣਾ ਚਾਹੀਦਾ। ਤਾਂ ਇਸ ਟੈਂਸ ਵਿੱਚ ਇਸ ਲਈ ਸਭ ਤੋਂ ਪਹਿਲੇ ਕੀ ਲੱਗੇਗਾ? ਵਿਲ ਜਾਂ ਸ਼ੈਲ ਪਲੱਸ ਸਬਜੈਕਟ ਪਲੱਸ BEB ਪਲੱਸ V1 ਦੇ ਨਾਲ ਇੰਗ ਪਲੱਸ ਆਬਜੈਕਟ ਪਲੱਸ ਕੁਐਸਚਨ ਮਾਰਕ। ਇੰਟੈਰੋਗੇਟਿਵ ਸੈਂਟੈਂਸਿਸ ਦੀਆਂ ਉਦਾਹਰਨਾਂ ਨੇ ਕਿ ਮੇਘਨਾ ਪੈਦਲ ਬਾਜ਼ਾਰ ਜਾ ਰਹੀ ਹੋਵੇਗੀ। ਹੁਣ ਇਸ ਸਬਜੈਕਟ ਦੇ ਅੰਦਰ ਸਬਜੈਕਟ ਕੀ ਹੈ? ਮੇਘਨਾ। ਆਬਜੈਕਟ ਕੀ ਹੈ? ਮਾਰਕੀਟ। ਵਰਬ ਕੀ ਹੈ? ਜਾਣਾ। ਮੇਘਨਾ ਨਾਲ लगेगा हेल्पिंग वर्ब विल, लेकिन विल पहले लगेगा क्योंकि प्रश्न वाला वाक है। विल मेघना बी गोइंग टू द मार्केट ऑन फुट? ਕੀ ਗੋਪਾਲ ਆਪਣਾ ਸਮਾਂ ਵਿਅਰਥ ਗਵਾ ਰਿਹਾ ਹੋਵੇਗਾ? ਵਿਲ ਗੋਪਾਲ ਬੀ ਵੇਸਟਿੰਗ ਹਿਸ ਟਾਈਮ? ਕੁਐਸਚਨ ਮਾਰਕ। ਕੀ ਕਿਸਾਨ ਸਬਜ਼ੀਆਂ ਉਗਾ ਰਹੇ ਹੋਣਗੇ? ਵਿਲ ਦਾ ਫਾਰਮਰਸ ਬੀ ਗਰੋਇੰਗ ਵੈਜੀਟੇਬਲਸ? ਇੰਟੈਰੋਗੇਸ਼ਨ। ਹੈਲਪਿੰਗ ਵਰਬ ਵਿਲ ਜਾਂ ਸ਼ੈਲ ਸਭ ਤੋਂ ਪਹਿਲਾਂ ਲਗਾਉਣਾ ਹੈ, ਉਸ ਤੋਂ ਬਾਅਦ ਸਬਜੈਕਟ। ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਜ਼ਰੂਰ ਲਗਾਉਣਾ ਹੈ। वाक की अगली किस्म है इंटैरोगेटिव प्लस नैगेटिव सेंटेंसिस प्रश्न प्लस नावाचक वाक। क्योंकि वाक प्रश्न वाले हैं, लाजमी है हैल्पिंग वर्ब सब तो पहले आएगा। तो प्रश्न के नाल नाले नावाचक भी है, विच नाट भी आएगा। तो रूल साढ़े कोल की बन गए? विल जां शैल प्लस सब्जैक्ट प्लस नॉट प्लस बी प्लस V1 के नाल इंग प्लस ऑब्जेक्ट प्लस क्वेश्चन मार्क। इंटैरोगेटिव प्लस नैगेटिव सेंटेंसिस दियाँ कुछ उदाहरण आप देख लीए। पिछले वाक की पिछली किस्म में अपने कोल वाक सी प्रश्न वाला कि मेघना पैदल बाजार जा रही होवेगी।
ਹੁਣ ਇਸੇ ਨੂੰ ਪ੍ਰਸ਼ਨ ਪਲਸ ਨਾਵਾਚਕ ਕਿਵੇਂ ਬਣ ਗਿਆ ਕਿ ਮੇਘਨਾ ਪੈਦਲ ਬਾਜ਼ਾਰ ਨਹੀਂ ਜਾ ਰਹੀ ਹੋਵੇਗੀ, ਤਾਂ ਇਹਦੇ ਵਿੱਚ ਨਹੀਂ ਸ਼ਬਦ ਆ ਗਿਆ। ਬਾਕੀ ਉਹੀ ਹੈ, ਵਿਲ ਮੇਘਨਾ ਨਾਟ ਬੀ ਗੋਇੰਗ ਟੂ ਦਾ ਮਾਰਕੀਟ ਔਨ ਫੁੱਟ ਕੁਐਸਚਨ ਮਾਰਕ, ਕਿ ਆਕਾਸ਼ ਵਿੱਚ ਸੂਰਜ ਨਹੀਂ ਚਮਕ ਰਿਹਾ ਹੋਵੇਗਾ। ਵਿਲ ਦਾ ਸਨ ਨਾਟ ਬੀ ਸ਼ਾਈਨਿੰਗ ਇਨ ਦਾ ਸਕਾਈ ਕੁਐਸਚਨ ਮਾਰਕ, ਕੀ ਮੈਂ ਤੁਹਾਡਾ ਸਾਥ ਨਹੀਂ ਦੇ ਰਿਹਾ ਹੋਵਾਂਗਾ। ਸ਼ੈਲ ਆਈ ਨਾਟ ਬੀ ਸਟੈਂਡਿੰਗ ਵਿਦ ਯੂ ਕੁਐਸਚਨ ਮਾਰਕ। ਹੈਲਪਿੰਗ ਵਰਬ ਵਿਲ ਜਾਂ ਸ਼ੈਲ ਸਭ ਤੋਂ ਪਹਿਲਾਂ ਲਗਾਉਣਾ ਹੈ, ਉਸ ਤੋਂ ਬਾਅਦ ਸਬਜੈਕਟ, ਫਿਰ ਨਾਟ, ਫਿਰ ਬੀ ਲੱਗਣਾ ਹੈ। ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਜ਼ਰੂਰ ਲਗਾਉਣਾ ਹੈ। ਵਾਕ ਦੀ ਅਗਲੀ ਕਿਸਮ ਹੈ W ਨਾਲ ਸ਼ੁਰੂ ਹੋਣ ਵਾਲੇ ਪ੍ਰਸ਼ਨਵਾਚਕ ਵਾਕ, ਸੈਂਟੈਂਸਿਸ ਬਿਗਨਿੰਗ ਵਿਦ W। ਇਹਦੇ ਰੂਲਸ ਕੀ ਨੇ? W ਨਾਲ ਸ਼ੁਰੂ ਹੋਣ ਵਾਲਾ ਪ੍ਰਸ਼ਨਵਾਚਕ ਸ਼ਬਦ ਕੁਐਸਚਨ ਬਿਗਨਿੰਗ ਵਿਦ W ਪਲਸ ਵਿਲ ਜਾਂ ਸ਼ੈਲ, ਕਿਉਂਕਿ ਪ੍ਰਸ਼ਨ ਵਾਲਾ ਵਾਕ ਵੀ ਹੈ, ਪਲਸ ਸਬਜੈਕਟ ਪਲਸ BEB ਪਲਸ V1 ਦੇ ਨਾਲ ING ਇੰਗ ਪਲਸ ਆਬਜੈਕਟ ਪਲਸ ਕੁਐਸਚਨ ਮਾਰਕ। ਨੋਟ, ਜੇ W ਨਾਲ ਸ਼ੁਰੂ ਹੋਣ ਵਾਲਾ ਵਾਕ ਪ੍ਰਸ਼ਨਵਾਚਕ ਵਾਕ ਨਾਵਾਚਕ ਵੀ ਹੋਵੇ ਤਾਂ ਸਬਜੈਕਟ ਤੋਂ ਬਾਅਦ ਨਾਟ ਪਲਸ ਬੀ ਲੱਗਦਾ ਹੈ। ਭਾਵੇਂ W ਨਾਲ ਸ਼ੁਰੂ ਹੋਣ ਵਾਲਾ ਸ਼ਬਦ ਕਿਹੜੇ ਹੂ, ਵਿਚ, ਵਟ ਆਦਿ ਵਾਕ ਵਿੱਚ ਸਬਜੈਕਟ ਜਾਂ ਆਬਜੈਕਟ ਦੇ ਤੌਰ 'ਤੇ ਮੌਜੂਦ ਹੋਣ, ਪਰ ਇਹੋ ਜਿਹਾ ਸ਼ਬਦ ਲੱਗਦਾ ਸਭ ਤੋਂ ਪਹਿਲੇ ਹੀ ਆ। ਹਾਊ ਮੈਨੀ, ਹਾਊ ਮਚ ਆਦਿ ਨਾਲ ਸ਼ੁਰੂ ਹੋਣ ਵਾਲੇ ਵਾਕ ਵੀ ਇਸੇ ਵਰਗ ਵਿੱਚ ਹੀ ਰੱਖੇ ਗਏ ਹਨ। ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਲਗਾਉਣਾ ਹੈ। W ਨਾਲ ਸ਼ੁਰੂ ਹੋਣ ਵਾਲੇ ਪ੍ਰਸ਼ਨਵਾਚਕ ਵਾਕਾਂ ਦੀਆਂ ਉਦਾਹਰਨਾਂ ਆਪਾਂ ਦੇਖ ਲਈਏ। ਉਹ ਕਿਤਨੇ ਅੰਬ ਖਰੀਦ ਰਹੇ ਹੋਣਗੇ। ਹਾਊ ਮੈਨੀ ਮੈਂਗੋਜ਼ ਵਿਲ ਦੇ ਬੀ ਬਾਇੰਗ। ਇਹਦੇ ਵਿੱਚ ਉਹ ਕਿਤਨੇ ਅੰਬ ਖਰੀਦ ਰਹੇ ਹੋਣਗੇ, ਇਸ ਵਾਕ ਵਿੱਚ ਸਬਜੈਕਟ ਕਰਤਾ ਕੌਣ ਹੈ? ਉਹ। ਆਬਜੈਕਟ ਕੀ ਹੈ? ਕਿਤਨੇ ਅੰਬ। ਕੰਮ ਕੀ ਹੈ? ਖਰੀਦਣਾ। ਹੁਣ ਕਿਉਂਕਿ ਆਬਜੈਕਟ ਤਾਂ ਲਾਸਟ 'ਤੇ ਆਉਣਾ ਚਾਹੀਦਾ, ਪਰ ਇੱਥੇ ਦੇਖੋ ਹਾਊ ਮੈਨੀ ਮੈਂਗੋਜ਼ ਇਹ ਪਹਿਲੇ ਆ ਗਿਆ, ਇਹ ਆਬਜੈਕਟ ਕਰਕੇ ਪਹਿਲੇ ਨਹੀਂ ਆਇਆ। ਇਹ ਕਿਉਂਕਿ W ਨਾਲ ਸ਼ੁਰੂ ਹੋਣ ਵਾਲਾ ਪ੍ਰਸ਼ਨ ਹੈ, ਇਸ ਲਈ ਇਹ ਸਭ ਤੋਂ ਪਹਿਲੇ ਆਇਆ ਹੈ। ਹਾਊ ਮੈਨੀ ਮੈਂਗੋਜ਼ ਵਿਲ ਦੇ ਬੀ ਬਾਇੰਗ ਕੁਐਸਚਨ ਮਾਰਕ। ਅਸੀਂ ਤੁਹਾਡੀ ਮਦਦ ਕਿਉਂ ਨਹੀਂ ਕਰ ਰਹੇ ਹੋਵਾਂਗੇ। ਇਸ ਵਾਕ ਵਿੱਚ ਸ਼ਬਦ ਆ ਗਿਆ ਕਿਉਂ। ਕਿਉਂ ਦੀ ਇੰਗਲਿਸ਼ ਪਹਿਲੇ ਆ ਗਈ ਵਾਈ ਸ਼ੈਲ ਵੀ ਬੀ ਹੈਲਪਿੰਗ ਯੂ। ਵਾਈ ਸ਼ੈਲ ਵੀ ਬੀ ਹੈਲਪਿੰਗ ਯੂ ਕੁਐਸਚਨ ਮਾਰਕ। ਕੌਣ ਤੁਹਾਡੀ ਮਦਦ ਕਰ ਰਿਹਾ ਹੋਵੇਗਾ। ਹੂ ਵਿਲ ਬੀ ਹੈਲਪਿੰਗ ਯੂ। ਹੁਣ ਹੂ ਇੱਥੇ ਹੈ ਸਬਜੈਕਟ, ਇਹ ਸਬਜੈਕਟ ਦੇ ਤੌਰ ਤੇ ਵੀ ਪਹਿਲੇ ਆਇਆ। W ਨਾਲ ਸ਼ੁਰੂ ਹੋਣ ਵਾਲਾ ਪ੍ਰਸ਼ਨ ਹੈ, ਇਸ ਲਈ ਵੀ ਪਹਿਲੇ ਆਇਆ। ਹੂ ਵਿਲ ਬੀ ਹੈਲਪਿੰਗ ਯੂ ਕੁਐਸਚਨ ਮਾਰਕ। ਥੈਂਕ ਯੂ ਵੈਰੀ ਮਚ।